ਕਈ ਵਾਰ ਮਨੁੱਖ ਕੀ ਕਰਦਾ ਹੈ ਕਿ ਧਰਮ ਦੀ ਦੁਨੀਆ ਦੇ ਵਿੱਚ ਮਨੁੱਖ ਚਾਹੁੰਦਾ ਹੈ ਕਿ ਪਰਮਾਤਮਾ ਮੇਰੇ ਕਰਮਾਂ ਦੇ ਉੱਤੇ ਖੁਸ਼ ਹੋਵੇ, ਅਤੇ ਉਹ ਪਰਮਾਤਮਾ ਨੂੰ ਰਿਝਾਉਣ ਦੇ ਲਈ ਆਪਣੇ ਉੱਤੇ ਪਰਮਾਤਮਾ ਦੀ ਖੁਸ਼ੀ ਲਿਆਉਣ ਲਈ ਅਜਿਹੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਜਿਨ੍ਹਾਂ ਦਾ ਧਰਮ ਦੀ ਦੁਨੀਆ ਦੇ ਨਾਲ ਦੂਰ ਦੂਰ ਤੱਕ ਦਾ ਕੋਈ ਸੰਬੰਧ ਨਹੀਂ ਹੁੰਦਾ। ਪਰ ਅਗਿਆਨਤਾ ਦੇ ਵਿੱਚ ਪਿਆ ਹੋਇਆ ਮਨੁੱਖ ਇਸ ਗੱਲ ਨੂੰ ਸਮਝ ਨਹੀਂ ਪਾਉਂਦਾ। ਉਹ ਕਈ ਤਰ੍ਹਾਂ ਦੇ ਤੀਰਥ ਇਸ਼ਨਾਨ ਕਰਨ ਲੱਗ ਪੈਂਦਾ, ਕਈ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਫਸ ਜਾਂਦਾ ਹੈ ਕਿ ਪਰਮਾਤਮਾ ਮੇਰੇ ਉੱਤੇ ਆਪਣੀ ਖੁਸ਼ੀ ਪ੍ਰਗਟ ਕਰੇ। ਪਰ ਇੱਕ ਬੇਨਤੀ ਸਮਝਿਓ, ਗੱਲ ਇਹ ਨਹੀਂ ਹੁੰਦੀ ਕਿ ਅਸੀਂ ਮਿਹਨਤ ਕਿੰਨੀ ਕਰਦੇ ਹਾਂ। ਗੱਲ ਇਹ ਹੈ ਕਿ ਜੋ ਅਸੀਂ ਰਾਸਤਾ ਚੁਣਿਆ ਹੈ, ਜਿਸ ਰਾਸਤੇ ਦੇ ਉੱਤੇ ਅਸੀਂ ਤੁਰਨਾ ਹੈ, ਕੀ ਉਹ ਰਾਸਤਾ ਸਹੀ ਹੈ? ਕਿ ਜਿਸ ਮੰਜ਼ਿਲ ਉੱਤੇ ਅਸੀਂ ਪਹੁੰਚਣਾ ਚਾਹੁੰਦੇ ਹਾਂ, ਕੀ ਉਹ ਰਾਸਤਾ ਉਸ ਮੰਜ਼ਿਲ ਵੱਲ ਜਾ ਵੀ ਰਿਹਾ? ਜੇਕਰ ਉਹ ਰਾਸਤਾ ਆਪਣੀ ਮੰਜ਼ਿਲ ਵੱਲ ਨਹੀਂ ਜਾਂਦਾ ਤੇ ਤੁਸੀਂ ਭਾਵੇਂ ਉਸ ਰਾਸਤੇ ਉੱਤੇ ਸਾਰੀ ਉਮਰ ਤੁਰੀ ਜਾਓ, ਕੋਈ ਪ੍ਰਾਪਤੀ ਨਹੀਂ ਨਾ। ਜਿਵੇਂ ਇੱਕ ਉਦਾਹਰਨ ਨਾਲ ਸਮਝਿਓ, ਜੇਕਰ ਅਸੀਂ ਸਾਰਾ ਦਿਨ ਪਾਣੀ ਦੇ ਵਿੱਚ ਮਧਾਣੀ ਪਾ ਕੇ ਬੈਠੇ ਰਹੀਏ ਤੇ ਉਸ ਪਾਣੀ ਨੂੰ ਹੀ ਰਿੜਕੀ ਜਾਈਏ, ਕੀ ਸਾਨੂੰ ਮੱਖਣ ਦੀ ਪ੍ਰਾਪਤੀ ਹੋ ਸਕਦੀ ਹੈ? ਨਹੀਂ ਹੋ ਸਕਦੀ। ਤੇ ਜੇ ਹੁਣ ਬੰਦਾ ਕਹੇ ਕਿ ਮੈਂ ਮਿਹਨਤ ਤੇ ਪੂਰੀ ਕੀਤੀ ਹੈ ਤੇ ਮੱਖਣ ਦੀ ਪ੍ਰਾਪਤੀ ਕਿਉਂ ਨਹੀਂ ਹੋਈ, ਮੈਨੂੰ ਮੇਰੀ ਮਿਹਨਤ ਦਾ ਫਲ ਕਿਉਂ ਨਹੀਂ ਮਿਲਿਆ, ਤੇ ਫਿਰ ਕਹਿਣਾ ਪੈਣਾ ਕਿ ਭਰਾਵਾ ਤੇਰੀ ਮਿਹਨਤ ਪੂਰੀ ਸੀ, ਪਰ ਗੱਲ ਕੀ ਹੋਈ, ਤੂੰ ਰਸਤਾ ਗਲਤ ਚੁਣ ਲਿਆ। ਮੈਨੂੰ ਭਾਈ ਵੀਰ ਸਿੰਘ ਦੀਆਂ ਕੁਝ ਪੰਗਤੀਆਂ ਯਾਦ ਆ ਗਈਆਂ। ਭਾਈ ਵੀਰ ਸਿੰਘ ਜੀ ਕਹਿੰਦੇ, ਇੱਕ ਮਨੁੱਖ ਨੇ ਚੁੱਲ੍ਹੇ ਦੇ ਵਿੱਚੋਂ ਇੱਕ ਕੋਲਾ ਕੱਢਿਆ ਤੇ ਸੋਚਦਾ ਕਿ ਇਸ ਨੂੰ ਮੈਂ ਚਿੱਟਾ ਕਰ ਦੇਵਾਂ। ਤੇ ਕਰਦਾ ਕੀ ਹੈ, ਭਾਈ ਵੀਰ ਸਿੰਘ ਜੀ ਕਹਿੰਦੇ, ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ। ਕਹਿੰਦੇ ਮਨੁੱਖ ਨੇ ਇੱਕ ਕੋਲਾ ਲਿਆ ਤੇ ਉਹਨੂੰ ਸਾਬਣ ਦੇ ਨਾਲ ਧੋਣ ਲੱਗ ਪਿਆ। ਕਹਿੰਦਾ ਇਹਦਾ ਰੰਗ ਚਿੱਟਾ ਕਰਨਾ ਹੈ, ਤੇ ਸਾਬਣ ਨਾਲ ਧੋਇਆ ਕੋਲਾ ਫੇਰ ਕਾਲਾ। ਤੇ ਉਹਨੇ ਸੋਚਿਆ ਵੀ ਇਹ ਸਾਬਣ ਵਾਲਾ ਤਰੀਕਾ ਤਾਂ ਫੇਲ ਹੋ ਗਿਆ, ਤੇ ਫਿਰ ਕੀ ਕੀਤਾ, ਦੁੱਧ ਦਹੀਂ ਵਿੱਚ ਪਾਇਆ। ਤੇ ਉਸਨੇ ਫਿਰ ਕੋਲੇ ਨੂੰ ਦੁੱਧ ਦੇ ਵਿੱਚ ਡੁਬੋ ਕੇ ਰੱਖ ਦਿੱਤਾ ਤੇ ਸੋਚਿਆ ਕਿ ਇਹਨੂੰ ਹੁਣ ਸਵੇਰੇ ਕੱਢਾਂਗਾ, ਸਾਰੀ ਰਾਤ ਇਹਨੂੰ ਦੁੱਧ ਦੇ ਵਿੱਚ ਪਿਆ ਰਹਿਣ ਦੇਵੋ, ਕੀ ਪਤਾ ਸਵੇਰ ਤੱਕ ਇਹਦਾ ਰੰਗ ਹੀ ਚਿੱਟਾ ਹੋ ਜਾਵੇ। ਤੇ ਜਦੋਂ ਸਵੇਰੇ ਉੱਠ ਕੇ ਵੇਖਦਾ ਹੈ, ਕੋਲਾ ਫੇਰ ਕਾਲਾ। ਤੇ ਭਾਈ ਵੀਰ ਸਿੰਘ ਜੀ ਕਹਿੰਦੇ, ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਚਾੜਿਆ, ਪਰ ਰੰਗ ਨਾ ਉਸ ਵਟਾਇਆ। ਕਈ ਤਰੀਕੇ ਅਪਣਾਏ ਕਿ ਇਸ ਕੋਲੇ ਦਾ ਰੰਗ ਚਿੱਟਾ ਕਰ ਦਿੱਤਾ ਜਾਵੇ। ਫਿਰ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ ਕਿ ਭਾਈ ਮਿਹਨਤ ਬੜੀ ਕੀਤੀ, ਕਈ ਦਿਨਾਂ ਦਾ ਲੱਗਿਆ ਕਿ ਇਹ ਕੋਲੇ ਦਾ ਰੰਗ ਚਿੱਟਾ ਕੀਤਾ ਜਾਵੇ, ਪਰ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ। ਤੇ ਫਿਰ ਉਸ ਸਿਆਣੇ ਬੰਦੇ ਨੇ ਦੱਸਿਆ ਕਿ ਭਾਈ ਪਹਿਲਾਂ ਵੇਖ ਕਿ ਇਹਦਾ ਕਾਰਨ ਕੀ ਹੈ, ਇਸ ਉੱਤੇ ਕਾਲਖ ਆਈ ਕਿਉਂ ਹੈ। ਤੇ ਭਾਈ ਵੀਰ ਸਿੰਘ ਜੀ ਕਹਿੰਦੇ, ਵਿਛੜ ਕੇ ਕਾਲਸੀ ਆਈ, ਬਿਨ ਮਿਲਿਆ ਨਹੀਂ ਲਹਿੰਦੀ। ਕਿ ਜਿਹੜੀ ਉਸ ਕੋਲੇ ਦੇ ਉੱਤੇ ਕਾਲਖ ਆਈ ਹੈ, ਉਹਦਾ ਸਭ ਤੋਂ ਵੱਡਾ ਕਾਰਨ ਸੀ ਵਿਛੋੜਾ, ਕਿ ਉਸ ਦਾ ਅੱਗ ਦੇ ਨਾਲੋਂ ਵਿਛੋੜਾ ਪੈ ਗਿਆ, ਤਾਂ ਕਰਕੇ ਉਸ ਉੱਤੇ ਕਾਲਖ ਛਾ ਗਈ। ਤੇ ਫਿਰ ਕੀ ਕੀਤਾ, ਵਿਛੜ ਕੇ ਕਾਲਖਸੀ ਆਏ, ਬਿਨ ਮਿਲਿਆ ਨਹੀਂ ਲਹਿੰਦੀ। ਅੰਗ ਅੱਗ ਦੇ ਲਾ ਕੇ ਦੇਖੋ, ਚੜ੍ਹਦਾ ਰੂਪ ਸਵਾਇਆ। ਤੇ ਜਦੋਂ ਪਿਆਰੇ ਉਸ ਕੋਲੇ ਨੂੰ ਅੱਗ ਦੇ ਵਿੱਚ ਰੱਖਿਆ ਨਾ, ਤੇ ਨਾਲ ਦੀ ਨਾਲ ਉਹਨੇ ਲਾਲ ਰੰਗ ਫੜ ਲਿਆ। ਇੱਥੇ ਬੇਨਤੀ ਨੂੰ ਸਮਝਿਓ
ਇੱਥੇ ਮੈਂ ਤੁਹਾਨੂੰ ਇਹ ਨਹੀਂ ਦੱਸ ਰਿਹਾ ਕਿ ਕੋਲੇ ਨੂੰ ਚਿੱਟਾ ਕਿਵੇਂ ਕਰਨਾ ਜਾਂ ਲਾਲ ਕਿਵੇਂ ਕਰਨਾ ਹੈ। ਇੱਥੇ ਸਿਰਫ ਇੰਨੀ ਬੇਨਤੀ ਪ੍ਰਵਾਨ ਕਰਿਓ ਕਿ ਸਾਡੀ ਜ਼ਿੰਦਗੀ ਦੇ ਵਿੱਚ ਮਿਹਨਤ ਉਦੋਂ ਮਾਇਨੇ ਰੱਖਦੀ ਹੈ ਜਦੋਂ ਅਸੀਂ ਰਾਸਤਾ ਸਹੀ ਚੁਣਦੇ ਹਾਂ। ਜੇਕਰ ਸਾਡਾ ਰਾਸਤਾ ਗਲਤ ਹੈ ਤੇ ਫਿਰ ਪਿਆਰਿਓ ਮਾਫ਼ ਕਰੋ, ਸਾਡੀ ਮਿਹਨਤ ਕੀਤੀ ਦਾ ਵੀ ਕੋਈ ਫਾਇਦਾ ਨਹੀਂ। ਜ਼ਰੂਰੀ ਇਹ ਹੈ ਕਿ ਸਾਡਾ ਰਾਸਤਾ ਸਹੀ ਹੋਣਾ ਚਾਹੀਦਾ ਹੈ। ਇਸੇ ਹੀ ਤਰ੍ਹਾਂ ਧਰਮ ਦੀ ਮਾਰਗ ਉੱਤੇ ਕਈ ਮਨੁੱਖ ਮਿਹਨਤ ਬਹੁਤ ਕਰ ਰਹੇ ਹੈ ਪਰਮਾਤਮਾ ਨੂੰ ਮਿਲਣ ਦੇ ਲਈ। ਕੋਈ ਗੁਫਾ ਦੇ ਵਿੱਚ ਵੜ ਕੇ ਬੈਠਾ ਹੈ, ਕੋਈ ਹਿਮਾਲਿਆ ਪਰਬਤ ਉੱਤੇ ਚੜ੍ਹ ਕੇ ਬੈਠਾ ਹੈ, ਕੋਈ ਇੱਕ ਲੱਤ ਉੱਤੇ ਖੜ੍ਹ ਕੇ ਸਮਾਧੀਆਂ ਲਾਉਂਦਾ ਹੈ, ਕੋਈ ਚਿੜੀਆਂ ਨੂੰ ਦਾਣੇ ਪਾਉਂਦਾ ਹੈ, ਕੋਈ ਗਊਆਂ ਨੂੰ ਪੇੜੇ ਪਾਉਂਦਾ ਹੈ, ਕੋਈ ਕਾਲੇ ਕੁੱਤੇ ਨੂੰ ਰੋਟੀ ਚੋਪੜ ਕੇ ਖਵਾਉਂਦਾ ਹੈ। ਪਤਾ ਨਹੀਂ ਕਈ ਤਰ੍ਹਾਂ ਦੇ ਲੋਕ ਕਰਮ ਕਾਂਡ ਕਰਦੇ ਹੈ ਕਿ ਪਰਮਾਤਮਾ ਸਾਡੇ ਉੱਤੇ ਰਿੱਝ ਜਾਵੇ, ਪਰਮਾਤਮਾ ਦੀ ਸਾਡੇ ਉੱਤੇ ਖੁਸ਼ੀ ਆ ਜਾਵੇ। ਪਰ ਜੇਕਰ ਅਸੀਂ ਗੁਰਬਾਣੀ ਵਾਲਾ ਪੱਖ ਵੇਖੀਏ ਤੇ ਸਾਨੂੰ ਇੱਕੇ ਸਿੱਖਿਆ ਮਿਲਦੀ ਹੈ ਕਿ ਘਰ ਹੀ ਬੈਠਿਆਂ ਸ਼ਹਿ ਮਿਲੈ ਜੇ ਨੀਅਤ ਰਾਸ ਕਰੇ। ਸਤਿਗੁਰ ਕਹਿੰਦੇ ਬੰਦੇ ਜਿਹੜੀ ਆਪਣੀ ਖੋਟੀ ਮੱਤ ਹੈ, ਜਿਹੜੀ ਇਸ ਮੱਤ ਦੇ ਵਿੱਚ ਦੂਜਿਆਂ ਦੇ ਪ੍ਰਤੀ ਵੈਰ ਭਾਵਨਾ ਈਰਖ ਹੈ, ਜੇ ਇਹਨੂੰ ਦੂਰ ਕਰ ਲਵੇ ਤੇ ਪਰਮਾਤਮਾ ਦੂਰ ਨਹੀਂ। ਪਰਮਾਤਮਾ ਦੀ ਸਾਡੇ ਨਾਲ ਦੂਰੀ ਹੀ ਕਿੰਨੀ ਕੁ ਹੈ। ਆਪਾਂ ਜਪਜੀ ਸਾਹਿਬ ਜੀ ਦੇ ਵਿੱਚ ਵੀ ਬਚਨ ਪੜ੍ਹਦੇ ਹਾਂ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਇੱਥੇ ਵੇਖਿਓ ਜੋ ਬੋਲਣ ਸ਼ਬਦ ਨੇ ਇਹਨੂੰ ਔਂਕੜ ਲੱਗੀ ਹੈ ਤੇ ਗੁਰਬਾਣੀ ਵਿਆਕਰਣ ਦੇ ਅਨੁਸਾਰ ਇਹ ਇੱਕ ਵਚਨ ਹੈ। ਇਹਦਾ ਮਤਲਬ ਕਿ ਪਰਮਾਤਮਾ ਸਾਡੇ ਨਾਲੋਂ ਸਿਰਫ ਇੱਕ ਬੋਲ ਦੀ ਦੂਰੀ ਉੱਤੇ ਹੈ। ਤੇ ਮਾਫ਼ ਕਰਿਓ, ਸਾਡੀ ਕਈਆਂ ਦੀ ਉਮਰ ਬਹੁਤ ਵਡੇਰੀ ਹੋ ਚੁੱਕੀ ਹੈ ਪਰ ਅੱਜ ਤੱਕ ਅਸੀਂ ਉਹ ਇੱਕ ਬੋਲ ਨਹੀਂ ਬੋਲ ਸਕੇ ਜਿਹਦੇ ਨਾਲ ਸਾਨੂੰ ਪਰਮਾਤਮਾ ਮਿਲ ਜਾਵੇ, ਜਿਸ ਬੋਲ ਦੇ ਨਾਲ ਸਾਡੀ ਪਰਮਾਤਮਾ ਦੇ ਨਾਲ ਪ੍ਰੀਤ ਪੈ ਜਾਵੇ। ਉਹ ਬੋਲ ਕਿਹੜਾ ਹੈ? ਉਹ ਬੋਲ ਕਿਹੜਾ ਜਿਸ ਨਾਲ ਸਾਡੀ ਪਰਮਾਤਮਾ ਦੇ ਨਾਲ ਪ੍ਰੀਤ ਪੈ ਜਾਵੇ। ਤੇ ਸਤਿਗੁਰੂ ਜੀ ਕਹਿੰਦੇ ਇੱਕ ਕੰਮ ਕਰ ਲੈ ਜੇ ਪਰਮਾਤਮਾ ਦੇ ਨਾਲ ਪ੍ਰੀਤ ਪਾਉਣਾ ਚਾਹੁੰਦਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਤਿਗੁਰੂ ਜੀ ਕਹਿੰਦੇ ਇਹ ਕੰਮ ਕਰ ਲੈ ਕਿ ਅੰਮ੍ਰਿਤ ਵੇਲੇ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਨੀ ਸ਼ੁਰੂ ਕਰ ਦੇ ਤੇ ਉਹ ਦਿਨ ਦੂਰ ਨਹੀਂ ਜਦੋਂ ਤੇਰੇ ਪ੍ਰੀਤਮ ਦੇ ਨਾਲ ਪਿਆਰ ਬਣ ਜਾਵੇਗਾ।